ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਸਤਨਾਮ। ਸਤਨਾਮ। ਵਾਹਿਗੁਰੂ ਵਾਹਿਗੁਰੂ ਸਾਹਿਬ ਸਾਹਿਬ ਜੀ। ਜੀ। ਮਾਰੋ ਸੋ ਲਹੇ ਮਹੱਲਾ ਪੰਜਵਾ। ਮਾਰੂ ਰਾਗ ਦੇ ਅੰਦਰ ਸੋਲਹੇ ਇਹ ਜਿਹੜਾ ਸ਼ਬਦ ਹੈ ਇਹਦੇ 16 ਬੰਦ ਨੇ, 16 ਪੌੜੀਆਂ ਨੇ। ਮਹੱਲਾ ਪੰਜਵਾ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਓੰਕਾਰ ਜੋ ਸਾਰੇ ਪਾਸੇ ਪਰਿਪੂਰਨ ਹੈ, ਸਾਰੇ ਪਾਸੇ ਰਮਿਆ ਹੈ। ਚਾਹੇ ਸੂਖਮ ਜੀਵ ਨੇ, ਅਸਥੂਲ ਜੀਵ ਨੇ, ਭਾਵੇਂ ਉਹ ਚਾਰ ਖਾਣੀਆਂ ਵੀ ਕਿਉਂ ਨਾ ਆਉਣ, ਉਹ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਹੈ। ਐਸੇ ਮਾਲਕ ਦੀ ਪ੍ਰਾਪਤੀ ਗੁਰ ਪ੍ਰਸਾਦ, ਜੇ ਗੁਰੂ ਕਿਰਪਾ ਕਰ ਦਵੇ। ਗੁਰੂ ਕਿਰਪਾ ਕਰੇ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਕਿਰਪਾ ਕਰੇ ਤੇ ਨਾਮ ਦੀ ਦਾਤ ਮਿਲਦੀ ਹੈ। ਫਿਰ ਜੀਵ ਆਖਦਾ ਹੈ ਤਾਉ ਕਿਰਪਾ ਤੇ ਹਰ ਗੁਣ ਗਾਈ। ਮਾਲਕ ਤੇਰੀ ਮੇਰੇ ਤੇ ਰਹਿਮਤ ਹੋਈ, ਕਿਰਪਾ ਹੋਈ, ਮੈਂ ਆਪ ਜੀ ਦੇ ਗੀਤ ਗਾ ਰਿਹਾ ਹਾਂ। ਮੇਰੇ ਹਿਰਦੇ ਵਿੱਚ ਤੇਰਾ ਨਾਮ ਚੇਤੇ ਆ ਰਿਹਾ ਹੈ। ਚੀਤ ਆਵੇ ਤਾਂ ਮਹਾ ਆਨੰਦ, ਵੱਡੇ ਆਨੰਦ ਦੀ ਦਾਤ ਮਿਲ ਰਹੀ ਹੈ। ਚੀਤ ਆਵੇ ਤਾਂ ਸਭ ਦੁੱਖ ਭੰਜ। ਤਮਾਮ ਜਿਹੜੇ ਦੁੱਖ ਨੇ ਉਹ ਕੱਟੇ ਜਾਂਦੇ ਨੇ। ਪਰ ਇਹ ਨਾਮ ਦੀ ਦਾਤ, ਗੁਰੂ ਦੀ ਦਾਤ, ਪਰਮੇਸ਼ਰ ਦੀ ਦਾਤ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਮਿਲਦੀ ਹੈ। ਜੋ ਦਿਸੈ ਸੋ ਇੱਕ ਤੂੰ ਹੈ। ਇਸ ਸ਼ਬਦ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਪਰਮਾਤਮਾ ਦੇ ਸਨਮੁਖ ਜੁਦੜੀਆਂ ਕਰਦੇ ਨੇ, ਬੇਨਤੀਆਂ ਕਰਦੇ ਨੇ ਤੇ ਜਗਿਆਸੂ ਨੂੰ ਸਮਝਾ ਰਹੇ ਨੇ ਕਿ ਉਹਦੇ ਅੱਗੇ ਅਰਦਾਸ ਕਿਵੇਂ ਕਰਨੀ ਹੈ, ਉਹਦੇ ਅੱਗੇ ਤਰਲੇ ਕਿਵੇਂ ਕਰਨੇ ਨੇ। ਜੋ ਦਿਸੈ ਸੋ ਏਕੈ ਤੂੰ ਹੈ। ਬੇਨਤੀ ਕਰ ਪ੍ਰਮਾਤਮਾ, ਜੋ ਕੁਝ ਵੀ ਸੰਸਾਰ ਤੇ ਵਿਖ ਰਿਹਾ ਹੈ ਉਹ ਤੂੰ ਹੀ ਹੈ। ਅਮੀਰ ਦੇ ਅੰਦਰ ਵੀ ਤੂੰ ਹੈ, ਗਰੀਬ ਦੇ ਅੰਦਰ ਵੀ ਤੂੰ ਹੈ, ਬਨਾਸ਼ਪਤੀ ਦੇ ਅੰਦਰ ਵੀ ਤੂੰ ਹੈ, ਸੰਸਾਰ ਦੇ ਜ਼ਰੇ ਜ਼ਰੇ ਦੇ ਵਿੱਚ ਵੀ ਤੂੰ ਹੈ, ਪਤਾਲਾਂ ਦੇ ਵਿੱਚ ਵੀ ਤੂੰ ਹੈ, ਖੰਡਾਂ ਦੇ ਵਿੱਚ ਵੀ ਤੂੰ ਹੈ। ਫਿਰ ਜਗਿਆਸੂ ਦੀ ਐਸੀ ਅਵਸਥਾ ਚਾਹੀਦੀ ਹੈ, ਜੇਤਾ ਸੁਨਣਾ ਤੇਤਾ ਨਾਮ। ਜੋ ਕੁਝ ਵੀ ਸੰਸਾਰ ਤੇ ਸੁਨਣਾ ਹੈ ਤੇ ਨਾਮ। ਤੇ ਗਰੀਬ ਨਿਵਾਜ ਕਹਿੰਦੇ ਉਹਦੇ ਚਰਨਾਂ ਵਿੱਚ ਜੋਦੜੀ ਕਰ। ਜੋ ਦਿਸੈ, ਜੋ ਮੈਨੂੰ ਵਿਖ ਰਿਹਾ ਹੈ, ਸੋ ਇੱਕ ਹੈ ਤੂੰ ਹੈ। ਇੱਕ ਤੂੰ ਹੀ ਹੈ। ਤੇਰੇ ਤੋਂ ਬਿਨਾਂ ਤੇ ਦੂਸਰਾ ਹੈ ਹੀ ਕੋਈ ਨਹੀਂ। ਤੂੰ ਕਰਤਾਰ ਕਰਹਿ ਸੋ ਹੋਏ, ਤੁਧ ਬਿਨ ਦੂਜਾ ਨਾਹੀ ਕੋਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਗਤ ਨਾਮਦੇਵ ਕਹਿੰਦੇ ਸਾਰੇ ਪਾਸਿਓਂ ਪਰਮਾਤਮਾ ਬੈਠਾ ਹੈ। ਗੋ ਤੋਂ ਪਾਵ ਧਰਤੀ, ਬਿਨ ਤੋਂ ਪਾਪ ਪਾਲਣਾ ਕਰਨੀ। ਗੋ ਨਾਮ ਇੰਦਰੀਆਂ ਦਾ, ਬਿੰਦ ਨਾਮ ਜੋ ਇੰਦਰੀਆਂ ਨੂੰ ਚਲਾਉਣ ਵਾਲਾ ਹੈ। ਮਨੁੱਖ ਘਰ ਵਿੱਚੋਂ ਚੱਲਦਾ ਹੈ, ਗੁਰੂ ਨਾਨਕ ਦੇ ਦਰ ਤੇ ਆਉਂਦਾ ਹੈ, ਮੱਥਾ ਟੇਕਦਾ ਹੈ, ਗੁਰੂ ਸਾਹਿਬਾਨ ਦੇ ਦਰਸ਼ਨ ਕਰਦਾ ਹੈ, ਕੰਨਾਂ ਦੇ ਰਾਹੀਂ ਕਥਾ ਨੂੰ, ਬਾਣੀ ਨੂੰ, ਕੀਰਤਨ ਨੂੰ ਸੁਣਦਾ ਹੈ। ਇਹਦੇ ਪਿੱਛੇ ਕਿਰਪਾ ਕਿਸ ਦੀ ਹੋ ਰਹੀ ਹੈ? ਪਰਮਾਤਮਾ ਦੀ।
ਪਰਮਾਤਮਾ ਦੀ ਕਿਰਪਾ ਦੇ ਨਾਲ ਸਵਾਸ ਚੱਲ ਰਹੇ ਨੇ। ਪਰਮਾਤਮਾ ਦੀ ਕਿਰਪਾ ਦੇ ਨਾਲ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ ਕਰਮ ਕਰ ਰਹੇ ਨੇ। ਕਿਰਪਾ ਤੋਂ ਬਿਨਾਂ ਕੁਝ ਵੀ ਨਹੀਂ। ਤੇ ਗਰੀਬ ਨਿਵਾਜ ਕਿਰਪਾ ਕਰਦੇ ਨੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਤੇ ਕੋਈ ਵੀ ਨਹੀਂ। ਭਗਤ ਜੀ ਨੇ ਫਿਰ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਸਮੁੰਦਰ ਹੈ, ਸਮੁੰਦਰ ਦੇ ਵਿੱਚੋਂ ਬੜੀਆਂ ਲਹਿਰਾਂ ਉੱਠੀਆਂ, ਪਾਣੀ ਦੀ ਝੱਗ ਬਣੀ, ਬੁਲਬੁਲੇ ਬਣੇ, ਜਲ ਤਰੰਗ ਅਰ ਫੇਨ ਬੁੱਧ ਬੁੱਧਾ, ਜਲ ਤੇ ਪਿੰਨ ਨਾ ਹੋਈ। ਜਿਹੜੀਆਂ ਸਮੁੰਦਰ ਵਿੱਚੋਂ ਲਹਿਰਾਂ ਉੱਠੀਆਂ ਉਹੀ ਪਾਣੀ ਦੀਆਂ, ਪਾਣੀ ਦੇ ਵਿੱਚ ਸਮਾ ਕੇ ਪਾਣੀ ਦਾ ਰੂਪ ਹੋ ਗਈਆਂ। ਝੱਗ ਬਣੀ ਉਹ ਵੀ ਪਾਣੀ ਦੀ, ਪਾਣੀ ਵਿੱਚ ਸਮਾ ਕੇ ਪਾਣੀ ਦਾ ਰੂਪ ਬਣ ਗਈ। ਬੁਲਬੁਲੇ ਬਣੇ ਉਹ ਵੀ ਪਾਣੀ ਦੇ, ਪਾਣੀ ਵਿੱਚ ਸਮਾ ਗਏ। ਇਸ ਤਰ੍ਹਾਂ ਗਰੀਬ ਨਿਵਾਜ ਮੈਨੂੰ ਤੇ ਸਾਰੇ ਪਾਸੇ ਤੂੰ ਹੀ ਵਿਖ ਰਿਹਾ ਹੈ। ਜਹ ਜਹ ਪੇਖੂ ਤਹ ਹਜ਼ੂਰ, ਦੂਰ ਕਤਹਿ ਨਾ ਜਾਈ। ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸਰਬੱਤਰ ਤੋਂ ਭਾਵ ਹੈ ਸਾਰੇ ਪਾਸੇ, ਜਿਸ ਨੂੰ ਕਲਗੀਧਰ ਮਹਾਰਾਜ ਸਾਹਿਬ ਲਿਖਦੇ ਨੇ, ਕੇ ਸਰਬੱਤਰ ਦੇਸੈ, ਕੇ ਸਰਬੱਤਰ ਪੇਸੈ। ਸਾਰੇ ਪਾਸਿਓਂ ਪਰਮਾਤਮਾ ਹੀ ਨਜ਼ਰ ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਜਗਿਆਸੂਆਂ ਨੂੰ ਆਉਂਦਾ ਹੈ। ਬਾਣੀ ਤੇਰੀ ਸਰਵਣ ਸੁਣੀਐ। ਉਹ ਕੀ ਆਖਦੇ ਨੇ? ਇਹ ਮਾਲਕ ਜੀ, ਆਪ ਜੀ ਦੀ ਜਿਹੜੀ ਰੱਬੀ ਬਾਣੀ ਹੈ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਆਪ ਜੀ ਦੀ ਜਿਹੜੀ ਰੱਬੀ ਬਾਣੀ ਹੈ, ਇਸ ਰੱਬੀ ਬਾਣੀ ਨੂੰ ਸ਼ਰਵਣ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ। ਫਿਰ ਆਪ ਜੀ ਦੀ ਐਸੀ ਬਾਣੀ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਦੁੱਖ ਪਰ ਹਰ ਸੁਖ ਘਰ ਲੈ ਜਾਏ। ਆਪ ਜੀ ਦੀ ਬਾਣੀ ਨੂੰ ਅਸੀਂ ਗਾਉਂਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਬਾਣੀ ਨੂੰ ਪੜ੍ਹਦੇ ਹਾਂ। ਇਹ ਐਸੀ ਬਾਣੀ ਹੈ, ਜਿਨ੍ਹਾਂ ਨੇ ਕੰਨਾਂ ਦੇ ਨਾਲ ਸੁਣੀ ਹੈ, ਉਹਨਾਂ ਜੀਵਾਂ ਦੀ ਕਲਿਆਣ ਹੋ ਚੁੱਕੀ ਹੈ। ਤੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਹਨ। ਦੂਜੀ ਅਵਰ ਨਾ ਜਾਪਸ ਕਾਈ। ਆਪ ਜੀ ਤੋਂ ਬਿਨਾਂ ਅਵਰ ਨਾਮ ਹੁੰਦਾ ਹੈ ਹੋਰ ਦਾ। ਜਾਪ ਸਕਾਈ, ਮਹਾਰਾਜ ਮੈਂ ਆਪ ਜੀ ਤੋਂ ਬਿਨਾਂ ਕਿਸੇ ਦੀ ਪਰਵਾਹ ਹੀ ਨਹੀਂ ਮੰਨਦਾ। ਮੈਨੂੰ ਐਸੀ ਕੋਈ ਜਗ੍ਹਾ ਨਹੀਂ ਵਿਖਦੀ ਜਿੱਥੇ ਆਪ ਜੀ ਨਾ ਹੋ। ਸਗਲ ਤੁਮਾਰੀ ਧਾਰਣਾ। ਜਿੰਨੀ ਵੀ ਸ੍ਰਿਸ਼ਟੀ ਹੈ, ਜਿੰਨੇ ਵੀ ਜੀਵ ਨੇ, ਬਨਾਸਪਤੀ ਹੈ, ਖੰਡ ਨੇ, ਬ੍ਰਹਿਮੰਡ ਨੇ, ਇਹ ਸਾਰਿਆਂ ਨੂੰ ਇੱਕ ਆਪ ਜੀ ਦਾ ਹੀ ਸਹਾਰਾ ਹੈ। ਆਪ ਚਿਤਾਰੇ ਆਪਣਾ ਕੀਆ। ਜਿਨ੍ਹਾਂ ਤੇ ਤੂੰ ਆਪ ਕਿਰਪਾ ਕਰਦਾ ਹੈ, ਆਪ ਬਖਸ਼ਿਸ਼ ਕਰਦਾ ਹੈ, ਚਿਤਾਰੇ, ਉਹਨਾਂ ਨੂੰ ਫਿਰ ਯਾਦ ਵੀ ਆਪ ਹੀ ਰੱਖਦਾ ਹੈ। ਸ੍ਰਿਸ਼ਟੀ ਦੇ ਜੀਵਾਂ ਨੂੰ ਪੈਦਾ ਕਰਦਾ ਹੈ, ਫਿਰ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਕਰਦਾ ਹੈ। ਚਿਤਾਰੇ ਫਿਰ ਉਹਨਾਂ ਨੂੰ ਯਾਦ ਵੀ ਰੱਖਦਾ ਹੈ। ਇਸੇ ਤਰ੍ਹਾਂ ਫਿਰ ਜਿਹੜੇ ਰੱਬ ਦੇ ਪਿਆਰੇ ਨੇ, ਉਹ ਆਪ ਜੀ ਦੇ ਨਾਮ ਨੂੰ ਚੇਤੇ ਰੱਖਦੇ ਨੇ। ਆਪਣਾ ਕੀਆ, ਜੋ ਕੁਝ ਵੀ ਕੀਤਾ ਹੈ ਉਸ ਮਾਲਕ ਨੇ ਆਪ ਕੀਤਾ ਹੈ। ਆਪੇ ਆਪ ਪ੍ਰਭ ਥੀਆ। ਉਹ ਮਾਲਕ ਨੇ ਜੋ ਕੁਝ ਵੀ ਕੀਤਾ ਹੈ, ਗਰੀਬ ਨਿਵਾਜ ਕਹਿੰਦੇ ਆਪੇ ਆਪ ਆਪਣੇ ਆਪ ਤੋਂ ਕੀਤਾ ਹੈ। ਥੀਆ, ਜੋ ਕੁਝ ਵੀ ਹੋਇਆ ਹੈ ਉਹਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ ਹੈ। ਆਪ ਉਪਾਏ ਰਚਿਓਨ ਪਸਾਰਾ। ਆਪ ਉਸ ਮਾਲਕ ਨੇ ਬਖਸ਼ਿਸ਼ ਕਰਕੇ ਇਸ ਸੰਸਾਰ ਦੇ ਪਰਪੰਚ ਨੂੰ ਪੈਦਾ ਕੀਤਾ ਹੈ। ਆਪੇ ਘਟ ਘਟ ਸਾਰਣਾ। ਤੇ ਗਰੀਬ ਨਿਵਾਜ ਕਹਿੰਦੇ ਆਪੇ ਘਟ ਘਟ, ਘਟ ਨਾਮ ਹੈ ਘਟਾਂ ਘਟਾਂ ਦਾ, ਘਟ ਨਾਮ ਹੈ ਸਾਰੇ ਪਾਸੇ
ਘਟ ਨਾਮ ਹੈ ਹਿਰਦਿਆਂ ਦਾ, ਸਾਰਨਾ ਨਾਮ ਹੈ ਸਾਰਿਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਸਾਰਨਾ ਫਿਰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਸਾਰਿਆਂ ਨੂੰ ਪਾਲਦਾ ਹੈ। ਇਕ ਉਪਾਏ ਵੱਡ ਦਰਬਾਰੀ। ਉਸ ਪਰਮਾਤਮਾ ਨੇ ਇੱਕ ਬਹੁਤ ਵੱਡੇ ਧਨਾੜ ਜਿਹੜੇ ਬਾਦਸ਼ਾਹ ਨੇ ਉਹ ਪੈਦਾ ਕੀਤੇ ਹਨ, ਜਿਨ੍ਹਾਂ ਦੇ ਪਾਸ ਬੇਅੰਤ ਹੀ ਜ਼ਗੀਰਾਂ ਨੇ। ਦੁਨੀਆ ਦੇ ਅੰਦਰ ਅਕਬਰ ਬਾਦਸ਼ਾਹ ਵਰਗੇ ਹੋਏ, ਹਮਾਊ ਬਾਦਸ਼ਾਹ ਵਰਗੇ ਹੋਏ। ਇੱਕ ਉਪਾਏ ਵੱਡ ਦਰਬਾਰੀ, ਇੱਕ ਵੱਡੇ ਵੱਡੇ ਦਰਬਾਰਾਂ ਵਾਲੇ, ਵੱਡੀਆਂ ਵੱਡੀਆਂ ਸਭਾ ਵਾਲੇ ਉਸ ਮਾਲਕ ਨੇ ਪੈਦਾ ਕੀਤੇ। ਇੱਕ ਉਦਾਸੀ ਇੱਕ ਘਰ ਫਿਰ ਬਾਰੀ। ਇੱਕ ਉਸ ਗਰੀਬ ਨਵਾਜ ਨੇ ਉਦਾਸੀ, ਜਿਨ੍ਹਾਂ ਨੂੰ ਸੰਸਾਰ ਦੇ ਵੱਲੋਂ ਉਪਰਾਮ ਹੋ ਗਿਆ ਹੈ, ਜਿਨ੍ਹਾਂ ਨੂੰ ਸੰਸਾਰ ਦੇ ਵੱਲੋਂ ਤਿਆਗ ਹੋ ਗਿਆ ਹੈ, ਸੰਸਾਰ ਤੇ ਰਹਿੰਦੇ ਨੇ ਤੇ ਸੰਸਾਰ ਦੇ ਪਦਾਰਥਾਂ ਤੋਂ ਵੱਖਰੇ ਰਹਿੰਦੇ ਨੇ। ਉਹਨਾਂ ਮਹਾਤਮਾ ਨੂੰ ਵੀ ਮਾਲਕ ਨੇ ਪੈਦਾ ਕੀਤਾ ਹੈ। ਇੱਕ ਭੁੱਖੇ ਇੱਕ ਤ੍ਰਿਪਤ ਅਘਾਏ। ਇਸੇ ਤਰ੍ਹਾਂ ਗਰੀਬ ਨਵਾਜ ਕਿਰਪਾ ਕਰਦੇ ਨੇ ਇੱਕ ਘਰ ਬਾਰੀ। ਇੱਕ ਉਸ ਪਰਮਾਤਮਾ ਨੇ ਗ੍ਰਸਤੀ ਬਣਾਏ ਨੇ, ਜੋ ਘਰਾਂ ਦੇ ਵਿੱਚ ਰਹਿੰਦੇ ਨੇ, ਦਸਾਂ ਨੌਹਾਂ ਦੀ ਕਿਰਤ ਕਰਦੇ ਨੇ, ਆਏ ਗਏ ਮਹਾਤਮਾ ਦੀ ਸੇਵਾ ਕਰਦੇ ਨੇ। ਗ੍ਰਸਤ ਆਸ਼ਰਮ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤ ਵੱਡਾ ਦਰਜਾ ਬਖਸ਼ਿਆ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਨੂੰ ਪੜ੍ਹੀਏ। ਭਾਈ ਗੁਰਦਾਸ ਲਿਖਦੇ ਨੇ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪਹਿਰੀ ਪਾਏ। ਇਸ ਮਾਰਗ ਨੂੰ, ਇਸ ਗ੍ਰਸਤ ਧਰਮ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਭ ਤੋਂ ਵੱਡਾ ਦੱਸਿਆ ਹੈ। ਤੇ ਗਰੀਬ ਨਵਾਜ ਕਹਿੰਦੇ, ਪਰਮਾਤਮਾ ਤੇਰੀ ਕਿਰਪਾ ਹੈ, ਤੂੰ ਹੀ ਵੱਡੇ ਵੱਡੇ ਬਾਦਸ਼ਾਹ ਪੈਦਾ ਕੀਤੇ, ਤੂੰ ਸਾਧੂ ਪੈਦਾ ਕੀਤੇ, ਫਿਰ ਤੂੰ ਐਸੇ ਪੈਦਾ ਕੀਤੇ ਜੋ ਗ੍ਰਸਤ ਆਸ਼ਰਮ ਦੇ ਵਿੱਚ ਰਹਿੰਦੇ ਹਨ। ਇੱਕ ਭੁੱਖੇ ਇੱਕ ਤ੍ਰਿਪਤ ਅਘਾਏ। ਫਿਰ ਇੱਕ ਐਸੇ ਪੈਦਾ ਕੀਤੇ ਨੇ ਜੋ ਭੁੱਖੇ ਰਹਿੰਦੇ ਹਨ, ਜਿਨ੍ਹਾਂ ਤੇ ਗਰੀਬੀ ਅਤ ਦੀ ਹੈ। ਇੱਕ ਤ੍ਰਿਪਤ ਅਗਾਏ, ਇੱਕ ਐਸੇ ਪੈਦਾ ਕੀਤੇ ਨੇ ਜਿਹੜੇ ਸੰਸਾਰ ਦੇ ਪਦਾਰਥਾਂ ਕਰਕੇ ਤ੍ਰਿਪਤ ਰੱਜੇ ਰਹਿੰਦੇ ਹਨ। ਸਭ ਸੈ ਤੇਰਾ ਪਾਰਣਾ। ਪਰ ਗਰੀਬ ਨਿਵਾਜ ਕਿਰਪਾ ਕਰਦੇ ਨੇ, ਭਾਵੇਂ ਉਹ ਵੱਡੇ ਵੱਡੇ ਬਾਦਸ਼ਾਹ ਵੀ ਕਿਉਂ ਨਾ ਹੋਣ, ਸਾਧੂ ਵੀ ਕਿਉਂ ਨਾ ਹੋਣ, ਗ੍ਰਸਤੀ ਵੀ ਕਿਉਂ ਨਾ ਹੋਣ, ਗਰੀਬ ਵੀ ਕਿਉਂ ਨਾ ਹੋਣ, ਰੱਜੇ ਹੋਏ ਵੀ ਕਿਉਂ ਨਾ ਹੋਣ, ਸਭ ਸੈ ਤੇਰਾ ਪਾਰਣਾ। ਉਹਨਾਂ ਸਾਰਿਆਂ ਨੂੰ ਆਪ ਜੀ ਦਾ ਪਾਰਣਾ ਆਸਰਾ ਹੈ। ਆਪੇ ਸਤ 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 ਸਾਚਾ। ਉਹ ਪਰਮਾਤਮਾ ਤਿੰਨਾਂ ਹੀ ਸਮਿਆਂ ਦੇ ਅੰਦਰ ਸੱਚਾ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਸੱਤੇ, ਜੁਗਾਦ ਸੱਤੇ, ਪ੍ਰਤੱਖ ਸੱਤੇ। ਉਹ ਤਿੰਨਾਂ ਹੀ ਸਮਿਆਂ ਦੇ ਅੰਦਰ ਸੱਚਾ ਹੈ। ਇਸੇ ਤਰ੍ਹਾਂ ਆਪੇ ਸਤ, ਸਤ ਨਾਮ ਹੈ ਸਤਿਗੁਰਾਂ ਦਾ, ਤੇ ਦੂਸਰਾ ਸਤ ਉਹਦਾ ਨਾਮ। ਜਿਨ੍ਹਾਂ ਨੇ ਸਤਿਗੁਰਾਂ ਦੇ ਪਾਸੋਂ ਨਾਮ ਦੀ ਦਾਤ ਲਈ ਹੈ, ਸਤ, ਉਹਨਾਂ ਨੇ ਇਹ ਨਿਸ਼ਚੈ ਕੀਤਾ ਹੈ ਕਿ ਉਹ ਸਤਿਚਿਤ ਆਨੰਦ ਸਰੂਪ ਸਾਚਾ ਸੱਚਾ ਹੈ, ਸਾਰੇ ਪਾਸੇ ਰਮਿਆ ਹੋਇਆ ਹੈ। ਓਤ ਪੋਤ ਭਗਤਨ ਸੰਗ ਰਾਚਾ। ਓਤ ਪੋਤ ਨਾਮ ਹੈ ਤਾਣੇ ਪੇਟੇ ਦੇ ਵਾਂਗ, ਜਿਹੜੇ ਭਗਤੀ ਕਰਨ ਵਾਲੇ ਮਹਾਤਮਾ ਜਨ ਨੇ, ਉਹਨਾਂ ਦੇ ਨਾਲ ਮਿਲਿਆ ਹੋਇਆ ਹੈ। ਰੱਬ ਦੇ ਪਿਆਰਿਆਂ ਦੇ ਅੰਗ ਸੰਗ ਹੈ।
ਜਿੱਥੇ ਮਰਜੀ ਸੰਸਾਰ ਦੇ ਵਿੱਚ ਵਿਚਰਨ, ਉਹ ਤੇ ਆਖਦੇ ਨੇ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਭਾਵੇਂ ਅਸੀਂ ਸੰਸਾਰ ਦੇ ਵਿੱਚ ਰਹੀਏ, ਉਜਾੜ ਦੇ ਵਿੱਚ ਰਹੀਏ, ਘਰ ਤੋਂ ਬਾਹਰ ਰਹੀਏ, ਉਹ ਪ੍ਰਮਾਤਮਾ ਸਾਡੇ ਅੰਗ ਸੰਗ ਹੈ, ਪ੍ਰਮਾਤਮਾ ਸਾਡੇ ਨਾਲ ਹੈ। ਓਤ ਪੋਤ ਭਗਤਨ ਸੰਗ ਰਾਚਾ। ਜਿਵੇਂ ਸਰੀਰ ਦੇ ਅੰਦਰ ਬੜੀ ਮਿੱਝ ਹੈ ਤੇ ਨਾਲ ਨਾਲ ਹੀ ਸਾਰੇ ਸਰੀਰ ਦੀ ਬਣਤਰ ਬਣੀ ਹੈ। ਬੇਅੰਤ ਨਾੜੀਆਂ ਨੇ, 5 ਕੋਸ਼ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਰੱਬ ਦੇ ਪਿਆਰਿਆਂ ਦੇ ਅੰਗ ਸੰਗ ਉਹਨਾਂ ਦੇ ਨਾਲ ਮਿਲਿਆ ਹੋਇਆ ਹੈ। ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਗੜ ਕਢਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ। ਫਿਰ ਉਹ ਰੱਬ ਦੇ ਪਿਆਰੇ ਉਸ ਪਰਮਾਤਮਾ ਦੇ ਪਵਿੱਤਰ ਨਾਮ ਨੂੰ ਬੜੇ ਪਿਆਰ ਦੇ ਨਾਲ ਗਾਇਨ ਕਰਦੇ ਨੇ। ਉਹ ਤੇ ਆਖਦੇ ਨੇ ਹਰ ਕੇ ਭਗਤ ਸਦਾ ਸੁਖ ਵਾਸੀ, ਕਿ ਰੱਬ ਦੇ ਪਿਆਰਿਆਂ ਨੂੰ ਹਮੇਸ਼ਾ ਸੁਖ ਹੀ ਮਿਲਦਾ ਹੈ। ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਮਿਥਨ ਮੁਹਾਰਾ ਝੂਠ ਪਸਾਰਾ। ਇਸ ਸੰਸਾਰ ਦੀ ਜਿੰਨੀ ਵੀ ਬਣਤਰ ਹੈ ਇਹ ਝੂਠੀ ਹੈ, ਇਹ ਨਾਸਵੰਤ ਹੈ। ਭਾਈ ਗੁਰਦਾਸ ਨੂੰ ਪੜ੍ਹੀਏ। ਭਾਈ ਗੁਰਦਾਸ ਕਹਿੰਦੇ ਬਾਕੀ ਸਭ ਕੁਝ ਹੀ ਝੂਠਾ ਹੈ, ਜਿਹੜਾ ਸੱਚ ਹੈ ਉਹ ਨਿਰਮਲਾ ਹੈ। ਸੱਚ ਜਿਹੜਾ ਹੈ ਹਮੇਸ਼ਾ ਸੱਚਾ ਰਹਿੰਦਾ ਹੈ, ਬਾਕੀ ਜੋ ਕੁਝ ਵੀ ਹੈ ਉਹ ਝੂਠਾ ਹੈ। ਤੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਹਨ। ਆਪੇ ਗੁਪਤ ਆਪੇ ਹੈ ਪ੍ਰਗਟ। ਆਪੇ ਉਹ ਪਰਮਾਤਮਾ ਗੁਪਤ ਰੂਪ ਹੈ, ਆਪੇ ਉਹ ਪ੍ਰਗਟ ਰੂਪ ਹੈ। ਜਦੋਂ ਰੱਬ ਦੇ ਪਿਆਰੇ ਉਸ ਤੋਂ ਆਰਾਧਨਾ ਕਰਦੇ ਨੇ, ਪਹਿਲਾਂ ਉਹ ਪਰਮਾਤਮਾ ਗੁਪਤ ਹੈ। ਐਸੀ ਆਰਾਧਨਾ ਕਰਦੇ ਨੇ, ਉਹਨੂੰ ਯਾਦ ਕਰਦੇ ਨੇ, ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ ਨੇ। ਭਾਵੇਂ ਉਹ ਰੱਬ ਦੇ ਪਿਆਰੇ ਝੁੱਗੀਆਂ ਪਾ ਕੇ ਵੀ ਕਿਉਂ ਨਾ ਬੈਠੇ ਹੋਣ। ਬਾਬਾ ਕਬੀਰ ਸਾਹਿਬ ਵਰਗੇ ਜਿਨ੍ਹਾਂ ਦੇ ਜਗ ਨੂੰ ਆਪ ਸੰਪੂਰਨ ਕੀਤਾ ਹੈ, ਬ੍ਰਾਹਮਣ ਬੜੇ ਖੁਸ਼ ਹੁੰਦੇ ਨੇ ਕਿ ਬਾਬਾ ਕਬੀਰ ਤੇ ਗਰੀਬ ਹੈ, ਇੰਨਾ ਰਾਸ਼ਨ ਕਿੱਥੋਂ ਲਿਆਵੇਗਾ। ਪਰਮਾਤਮਾ ਨੇ ਬਾਬੇ ਕਬੀਰ ਸਾਹਿਬ ਦਾ ਲਿਬਾਸ ਬਣਾਇਆ, ਆਪ ਵਰਤਾ ਰਹੇ ਨੇ। ਭਗਤ ਧੰਨੇ ਦਾ ਜੀਵਨ ਪੜ੍ਹੋ। ਭਗਤ ਧੰਨੇ ਨੇ ਪਰਮਾਤਮਾ ਨੂੰ ਸਾਖਿਆਤਕਾਰ ਕੀਤਾ ਹੈ। ਨਕੇ ਵੀ ਮੋੜੇ ਨੇ ਭਗਤ ਧੰਨੇ ਦੇ, ਮਈਆਂ ਵੀ ਚਾਰੀਆਂ ਨੇ, ਗਊਆਂ ਵੀ ਚਾਰੀਆਂ ਨੇ। ਫਿਰ ਭਗਤ ਧੰਨਾ ਜੀ ਕੀ ਲਿਖਦੇ ਨੇ? ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਭਗਤ ਧੰਨਾ ਜੀ ਲਿਖਦੇ ਨੇ ਪਰਮਾਤਮਾ ਜਿਹੜੇ ਜਗਿਆਸੂ ਆਪ ਜੀ ਦੇ ਨਾਮ ਨੂੰ ਜਪਦੇ ਨੇ, ਉਹਨਾਂ ਦੇ ਤੂੰ ਤਮਾਮ ਕੰਮ ਪੂਰਨ ਕਰ ਦਿੰਦਾ ਹੈ। ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਭਗਤ ਨਾਮਦੇਵ ਨੂੰ 72 ਵਰਾਂ ਪਰਮਾਤਮਾ ਜੀ ਦੇ ਸਾਖਿਆਤਕਾਰ ਦਰਸ਼ਨ ਹੋਏ। ਕਾਰਨ ਕੀ ਹੈ? ਉਹਨਾਂ ਦਾ ਹਿਰਦਾ ਸਾਫ਼ ਹੈ ਤੇ ਉਹਨਾਂ ਨੂੰ ਇਹ ਪਤਾ ਹੈ ਕਿ ਇਸ ਦੁਨੀਆ ਦੇ ਅੰਦਰ ਕੋਈ ਮਿੱਤਰ ਸਹਾਇਕ ਨਹੀਂ। ਜੇ ਸਹਾਇਕ ਹੈ ਤਿੱਥੇ ਹਰ ਨਾਮ, ਤਿੱਥੇ ਹਰ ਧਿਆਈਐ ਸਾਰੰਗ ਪਾਣੀ। ਸਾਰੰਗ ਪਾਣੀ ਨਾਮ ਹੈ ਪਰਮਾਤਮਾ ਦਾ।
ਉਹ ਇੱਥੇ ਵੀ ਸਹਾਇਤਾ ਕਰਦਾ ਹੈ, ਪਰਲੋਕ ਦੇ ਅੰਦਰ ਵੀ ਸਹਾਇਤਾ ਕਰਦਾ ਹੈ। ਤੇ ਗਰੀਬ ਨਿਵਾਜ ਬਖਸ਼ਿਸ਼ ਕਰਦੇ ਨੇ। ਆਪੇ ਗੁਪਤ, ਆਪੇ ਉਹ ਗੁਪਤ ਰੂਪ ਹੈ। ਗੁਪਤ ਤੋਂ ਭਾਵ ਹੈ ਕਿ ਉਹ ਜੀਵਾਂ ਦੇ ਵਿੱਚ ਬੈਠਾ ਹੈ, ਬਨਾਸਪਤੀ ਦੇ ਅੰਦਰ ਬੈਠਾ ਹੈ, ਪਰ ਕਿਸੇ ਨੂੰ ਵਿਖਦਾ ਨਹੀਂ। ਇੱਕ ਬੜੀ ਸੁੰਦਰ ਗਾਥਾ ਹੈ। ਇੱਕ ਮਹਾਤਮਾ ਜੀ ਨੇ, ਬੜੀ ਭਜਨੀਕ ਤੇ ਸ਼ਾਂਤ ਆਤਮਾ ਹੈ। ਦੋ ਮਨੁੱਖ ਆਉਂਦੇ ਨੇ, ਮਹਾਤਮਾ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਮਹਾਤਮਾ ਜੀ, ਸੰਸਾਰ ਦੇ ਵਿੱਚ ਤੁਹਾਡੀ ਬੜੀ ਉਪਮਾ ਹੋ ਰਹੀ ਹੈ। ਅਸੀਂ ਵੀ ਤੁਹਾਡੇ ਚੇਲੇ ਬਣਨ ਵਾਸਤੇ ਆਏ ਹਾਂ। ਸਾਨੂੰ ਆਪਣੇ ਮੁਰੀਦ ਬਣਾਓ। ਉਹ ਮਹਾਤਮਾ ਕਹਿਣ ਲੱਗਾ, ਠੀਕ ਹੈ, ਪਹਿਲਾਂ ਮੈਂ ਤੁਹਾਡੀ ਪਰਖ ਲਵਾਂਗਾ। ਕਹਿਣ ਲੱਗੇ, ਠੀਕ ਹੈ। ਮਹਾਤਮਾ ਨੇ ਉਹਨਾਂ ਦੋਨਾਂ ਮੁਰੀਦਾਂ ਨੂੰ, ਦੋਨਾਂ ਚੇਲਿਆਂ ਨੂੰ ਦੋ ਕਬੂਤਰ ਦਿੱਤੇ ਨੇ। ਵਿਚਾਰ ਹੈ, ਆਪੇ ਗੁਪਤ ਆਪੇ ਹੈ ਪ੍ਰਗਟ। ਮਹਾਤਮਾ ਜੀ ਕਹਿਣ ਲੱਗੇ, ਭਾਈ ਉੱਥੇ ਮਾਰਨੇ ਨੇ ਜਿੱਥੇ ਕੋਈ ਵੇਖੇ ਨਾ। ਫਿਰ ਮੈਂ ਤੁਹਾਨੂੰ ਆਪਣੇ ਚੇਲੇ ਬਣਾਵਾਂਗਾ। ਦੋਨੋਂ ਚਲੇ ਜਾਂਦੇ ਨੇ। ਇੱਕ ਤੇ ਜ਼ਰਾ ਕੰਨ ਦੇ ਉੱਲੇ ਹੁੰਦਾ ਹੈ, ਕਬੂਤਰ ਦੀ ਧੌਣ ਮਰੋੜ ਦਿੰਦਾ ਹੈ, ਮਹਾਤਮਾ ਦੇ ਪਾਸ ਆ ਜਾਂਦਾ ਹੈ। ਇੱਕ ਪਹਿਲਾਂ ਨਗਰ ਦੇ ਅੰਦਰ ਜਾਂਦਾ ਹੈ। ਕਹਿਣ ਲੱਗਾ, ਜੇ ਮੈਂ ਇੱਥੇ ਮਾਰਿਆ, ਬੜੇ ਲੋਕ ਵੇਖ ਰਹੇ ਨੇ, ਇੱਥੇ ਨਹੀਂ ਮਾਰਾਂ। ਇੱਥੇ ਬੜੇ ਜਾਨਵਰ ਨੇ, ਪਸ਼ੂ ਨੇ, ਪੰਛੀ ਨੇ, ਇਹ ਵੇਖ ਰਹੇ ਨੇ, ਇੱਥੇ ਵੀ ਨਹੀਂ ਮਾਰਾਂਗਾ। ਫਿਰ ਉਹ ਪਹਾੜਾਂ ਦੀਆਂ ਗੁਫਾ ਅੰਦਰ ਜਾਂਦਾ ਹੈ। ਸਾਰੇ ਪਾਸੇ ਘੁੱਪ ਹਨੇਰਾ ਹੈ। ਕਬੂਤਰ ਨੂੰ ਮਾਰਨ ਲੱਗਾ ਹੈ। ਅਚਨਚੇਤ ਮਨ ਦੇ ਅੰਦਰ ਇਹ ਸੱਟ ਵੱਜੀ, ਮਨਾ, ਜਿਹੜਾ ਪਰਮਾਤਮਾ ਤੈਨੂੰ ਆਖ ਰਿਹਾ ਹੈ, ਇਹਦੀ ਗਰਦਨ ਇੱਥੇ ਹੈ, ਅਨੁਭਵ ਕਰ ਰਿਹਾ ਹੈ, ਉਹ ਤੇ ਵੇਖ ਰਿਹਾ ਹੈ। ਉਹ ਮਹਾਤਮਾ ਦੇ ਪਾਸ ਆ ਜਾਂਦਾ ਹੈ। ਮਹਾਤਮਾ ਜੀ, ਐਸੀ ਕੋਈ ਧਰਤੀ ਨਹੀਂ ਜਿੱਥੇ ਉਹ ਪਰਮਾਤਮਾ ਨਾ ਹੋਵੇ। ਮਹਾਤਮਾ ਜੀ ਬੜੇ ਖੁਸ਼ ਹੋਏ ਤੇ ਉਸ ਨੂੰ ਆਪਣਾ ਮੁਰੀਦ, ਆਪਣਾ ਚੇਲਾ ਬਣਾਇਆ ਹੈ। ਦੂਸਰੇ ਨੂੰ ਕਹਿਣ ਲੱਗੇ, ਭਰਾ ਤੂੰ ਜਾ, ਅੱਜ ਤੂੰ ਇਹਦੀ ਧੌਣ ਮਰੋੜੀ ਹੈ, ਕੱਲ ਨੂੰ ਸਾਡੀ ਮਰੋੜੇਗਾ, ਕਿਸੇ ਹੋਰ ਦੀ ਮਰੋੜੇਗਾ। ਕਹਿਣ ਤੋਂ ਭਾਵ ਇਹ, ਆਪੇ ਗੁਪਤ ਆਪੇ ਹੈ ਪ੍ਰਗਟ। ਉਹ ਗੁਪਤ ਰੂਪ ਦੇ ਅੰਦਰ ਵੀ ਹੈ, ਪ੍ਰਗਟ ਰੂਪ ਦੇ ਅੰਦਰ ਵੀ ਹੈ। ਪਰ ਪ੍ਰਗਟ ਉਦੋਂ ਹੁੰਦਾ ਹੈ ਜਦੋਂ ਕਿ ਉਸ ਨੂੰ ਯੋਦੜੀਆਂ ਕਰਕੇ, ਅਰਦਾਸਾਂ ਕਰਕੇ ਸੱਦਦਾ ਹੈ। ਫਿਰ ਉਹ ਪਿਆਰ ਦਾ ਬੱਝਾ ਹੋਇਆ ਆਪਣੇ ਪਿਆਰੇ ਦੀ ਇੱਛਾ ਪੂਰਨ ਕਰ ਦਿੰਦਾ ਹੈ। ਆਪਣਾ ਆਪ ਪਸਾਰਣਾ। ਫਿਰ ਉਸ ਪਰਮਾਤਮਾ ਨੇ ਆਪਣੀ ਕਿਰਪਾ ਦੇ ਨਾਲ ਇਹ ਜਿੰਨਾ ਵੀ ਸੰਸਾਰ ਦਾ ਫੈਲਾਓ ਹੈ, ਇਹ ਫੈਲਾਉਣਾ ਕੀਤਾ ਹੈ। ਸਦਾ ਸਦਾ ਸਾਧ ਹੋਵਨਹਾਰ। ਵੀ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਹੋਵਨਹਾਰਾ ਹੋਵੇਗਾ। ਉੱਚਾ ਅਗਮ ਅਥਾਹ ਅਪਾਰ। ਉੱਚੇ ਤੋਂ ਭਾਵ ਹੈ ਉਹ ਬਹੁਤ ਵੱਡਾ ਹੈ, ਉਹਦੇ ਵਰਗਾ ਦੂਸਰਾ ਕੋਈ ਨਹੀਂ। ਅਗਮ ਮਨ ਕਰਕੇ ਅਗਮ ਹੈ, ਅਥਾਹੁ ਬਹੁਤ ਡੂੰਘਾ ਹੈ, ਅਪਾਰਾ
ਜਿਸ ਦੇ ਪਾਰਾਵਾਰ ਦਾ ਅੰਤ ਨਹੀਂ ਆਉਂਦਾ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਕੇ ਆਖਦੇ ਨੇ, ਪਰੈ ਹੀ ਤੇ ਪਰੈ ਅਪਰ ਅਪਾਰ ਪਰ, ਆਪ ਨੂੰ ਭਾਵਨ ਕਰ ਮੰਤਰ ਨਾ ਦੂਸਰੋ ਧਰ, ਉਪਤ ਪਰਲੋ ਏਕੈ ਨਿਮਖ ਤੋ ਕਰ, ਆਣ ਨਾਹੀ ਸਮਸਰ ਉਜਿਆਰੂ ਨਿਰਮਰ, ਕੋਟ ਪਰਾਸ਼ਿਤ ਜਾਹੇ ਨਾਮ ਲੀਏ ਹਰ ਹਰ। ਉਹਦੇ ਵਰਗਾ ਦੂਸਰਾ ਨਹੀਂ, ਉਹ ਬੜਾ ਪਵਿੱਤਰ ਹੈ, ਬੜਾ ਉਜਲ ਹੈ। ਉਹਦੇ ਨਾਮ ਨੂੰ ਲੈਣ ਕਰਕੇ ਕਰੋੜਾਂ ਜਿਹੜੇ ਵਿਘਨ ਨੇ ਕੱਟੇ ਜਾਂਦੇ ਨੇ, ਸੁਖ ਦੀ ਦਾਤ ਮਿਲ ਜਾਂਦੀ ਹੈ। ਅਪਾਰਾ, ਉਹ ਪਾਰਾਵਾਰ ਤੋਂ ਰਹਿਤ ਹੈ। ਊਣੇ ਭਰੇ ਭਰੇ ਭਰ ਊਣੇ, ਊਣੇ ਤੋਂ ਭਾਵ ਹੈ ਗਰੀਬ। ਜਿਹੜੇ ਗਰੀਬ ਸਨ ਉਹਨਾਂ ਨੂੰ ਗਰੀਬ ਨਵਾਜ਼ ਨੇ ਪਾਤਸ਼ਾਹ ਬਣਾ ਦਿੱਤਾ, ਤੇ ਜਿਹੜੇ ਬਾਦਸ਼ਾਹ ਸੀ ਉਹਨਾਂ ਨੂੰ ਗਰੀਬ ਬਣਾ ਦਿੱਤਾ। ਇਸੇ ਤਰ੍ਹਾਂ ਊਣੇ ਭਰੇ ਭਰੇ ਪਰ ਊਣੇ, ਜਿਹੜੇ ਸਰੋਵਰ, ਜਿਹੜੇ ਤਲਾਬ ਸੁੱਕੇ ਸਨ, ਉਹਨਾਂ ਨੂੰ ਮੇਰੇ ਮਾਲਕ ਨੇ ਪਾਣੀ ਦੇ ਨਾਲ ਲਬਾਲਬ ਭਰ ਦਿੱਤੇ। ਸੁਲਤਾਨਾ ਕਾਓ ਕਰਾਏ ਦਾ, ਦਰ ਮੰਗਣ ਭਿਖ ਨਾ ਪਾਏ ਦਾ। ਭਾਵੇਂ ਬਾਦਸ਼ਾਹ ਵੀ ਕਿਉਂ ਨਾ ਹੋਵੇ, ਜੇ ਉਹਦੀ ਨਜ਼ਰ ਪੁੱਠੀ ਹੋ ਜਾਵੇ ਤੇ ਬਾਦਸ਼ਾਹ ਜਾ ਕੇ ਭਿਖਾਰੀਆਂ ਦੇ ਵਾਂਗ ਮੰਗੇ ਤੇ ਤਾਂ ਵੀ ਨਹੀਂ ਉਸਨੂੰ ਕੋਈ ਪਾਵੇਗਾ। ਗਰੀਬ ਨਿਵਾਜ ਕਹਿੰਦੇ ਉਹ ਮਾਲਕ ਦੀ ਵਡਿਆਈ ਹੈ, ਮਾਲਕ ਦੇ ਕੌਤਕ ਹਨ। ਇਹ ਚਲਤ ਸੁਆਮੀ ਕੇ ਕਾਰਣਾ, ਸੁਆਮੀ ਤੋਂ ਭਾਵ ਹੈ ਮਾਲਕ, ਚਲ ਤੋਂ ਭਾਵ ਹੈ ਕੌਤਕ। ਮਹਾਰਾਜ ਕਹਿੰਦੇ ਸਾਰੇ ਜਿਹੜੇ ਕਾਰਣਾ ਕੰਮ ਕਰਦਾ ਹੈ, ਇਹ ਗਰੀਬ ਨਵਾਜ ਜੀਆਂ ਦੇ ਸਾਰੇ ਕੌਤਕ ਹਨ। ਮੁਖ ਸਾਲਾਹੀ ਸੱਚੇ ਸਾਹ, ਇਸ ਕਰਕੇ ਫਿਰ ਉਹ ਰੱਬ ਦੇ ਪਿਆਰੇ ਮਹਾਤਮਾ ਜਨ ਆਪਣੀ ਜੀਭਾ ਦੇ ਨਾਲ ਸਾਲਾਹੀ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ। ਸੱਚੇ ਸਾਹ, ਕਿ ਉਹ ਪਰਮਾਤਮਾ ਸੱਚਾ ਸਾਹ ਹੈ, ਸੱਚਾ ਪਾਤਸ਼ਾਹ ਹੈ। ਇਸੇ ਤਰ੍ਹਾਂ ਜਿਹੜੇ ਜੀਵ ਉਸ ਪਰਮਾਤਮਾ ਦੀ ਸਿਫਤ ਕਰਦੇ ਨੇ, ਉਹਦੇ ਕਿ ਜਿਹੜਾ ਪਰਮਾਤਮਾ ਮਨ ਕਰਕੇ ਅਗਮ ਹੈ, ਅਥਾਹ ਬੇਅੰਤ ਡੂੰਘਾ ਹੈ, ਨੈਣੀ ਪੇਖਾਂ। ਐਸੇ ਪਰਮਾਤਮਾ ਦੇ ਦਰਸ਼ਨ ਮੈਂ ਨੇਤਰਾਂ ਦੇ ਨਾਲ ਕਰਦਾ ਹਾਂ। ਜਦੋਂ ਮੈਂ ਨੇਤਰਾਂ ਦੇ ਨਾਲ ਦਰਸ਼ਨ ਕਰਦਾ, ਮੇਰਾ ਹਿਰਦਾ ਵੀ ਸ਼ਾਂਤ ਹੋ ਜਾਂਦਾ ਹੈ, ਮਨ ਵੀ ਸ਼ਾਂਤ ਹੋ ਜਾਂਦਾ ਹੈ, ਹਿਰਦੇ ਨੂੰ ਬੜਾ ਚੈਨ ਮਿਲਦਾ ਹੈ। ਤੇ ਐਸੇ ਗਰੀਬ ਨਵਾਜੀਆਂ ਦੇ ਦਰਸ਼ਨ ਮੈਂ ਪ੍ਰਤੱਖ ਨੇਤਰਾਂ ਦੇ ਨਾਲ ਵੇਖਦਾ ਹਾਂ। ਕਰਨੀ ਸੁਣ ਸੁਣ ਮਨ ਤਨ ਹਰਿਆ, ਫਿਰ ਇਸ ਕੰਨਾਂ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਨੂੰ ਸੁਣਿਆ। ਜਦੋਂ ਫਿਰ ਬਾਣੀ ਨੂੰ ਸੁਣਿਆ, ਮੇਰਾ ਮਨ ਅਤੇ ਤਨ ਸਰੀਰ ਹਰਿਆ ਭਰਿਆ ਹੋ ਗਿਆ। ਮੇਰੇ ਸਾਹਿਬ ਸਗਲ ਉਦਾਹਰਣਾ, ਮੇਰਾ ਜਿਹੜਾ ਮਾਲਕ ਪਰਮਾਤਮਾ ਹੈ, ਉਹ ਸਾਰਿਆਂ ਜੀਵਾਂ ਦਾ ਉਧਾਰ ਕਰਨ ਵਾਲਾ ਹੈ, ਕਲਿਆਣ ਕਰਨ ਵਾਲਾ ਹੈ। ਕਰ ਕਰ ਵੇਖੈ ਕੀਤਾ ਆਪਣਾ, ਇਹ ਜਿੰਨਾ ਵੀ ਸੰਸਾਰ ਹੈ, ਇਹ ਉਸ ਮਾਲਕ ਨੇ ਕੀਤਾ ਹੈ, ਜੀਵਾਂ ਨੂੰ ਮਾਲਕ ਨੇ ਕੀਤਾ ਹੈ। ਸਾਰਿਆਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੇ ਕੌਤਕਾਂ ਨੂੰ, ਉਹਨਾਂ ਦੀਆਂ ਖੇਡਾਂ ਨੂੰ ਆਪ ਵੇਖ ਰਿਹਾ ਹੈ। ਜੀ ਜੰਤ ਸੋਈ ਹੈ ਜਪਣਾ, ਭਾਵੇਂ ਜੀਵ ਸਥੂਲ ਨੇ, ਭਾਵੇਂ ਸੂਖਮ ਨੇ, ਸੋਈ ਹੈ ਜਪਣਾ। ਇਹ ਸਾਰੇ ਜੀਵ ਉਸ ਪਰਮਾਤਮਾ ਨੂੰ ਜਪ ਰਹੇ ਹਨ। ਆਪਣੀ ਕੁਦਰਤ ਆਪੇ ਜਾਣੈ, ਕੁਦਰਤ ਤੋਂ ਭਾਵ ਹੈ ਸ਼ਕਤੀ। ਆਪਣੀ ਸ਼ਕਤੀ ਨੂੰ ਆਪ ਜਾਣਦਾ ਹੈ। ਨਦਰੀ ਨਦਰ ਨਿਹਾਲਣਾ, ਤੇ ਜਿਨ੍ਹਾਂ ਦੇ ਉੱਪਰ ਨਦਰੀ ਨਾਮ ਹੈ, ਕਿਰਪਾ ਦ੍ਰਿਸ਼ਟੀ। ਨਦਰੀ ਲਫ਼ਜ਼ ਜਿਹੜਾ ਹੈ, ਇਹ ਹੈ ਫਾਰਸੀ ਦਾ। ਫਾਰਸੀ ਦੇ ਅੰਦਰ ਕਹਿੰਦੇ ਨੇ ਬਖਸ਼ਿਸ਼। ਜਿਨ੍ਹਾਂ ਦੇ ਉੱਪਰ ਗਰੀਬ ਨਿਵਾਜ ਕਿਰਪਾ ਕਰਦੇ ਨੇ, ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਤੱਕ ਦਿੰਦੇ ਨੇ, ਨਿਹਾਲਣਾ, ਉਹਨਾਂ ਨੂੰ ਨਿਹਾਲ ਕਰ ਦਿੰਦੇ ਹਨ। ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ, ਉਹ ਪਰਮਾਤਮਾ ਕਿੱਥੇ ਬੈਠਦਾ ਹੈ? ਸੰਤ ਸਭਾ, ਜਿੱਥੇ ਰੱਬ ਦੇ ਪਿਆਰਿਆਂ ਦੀ ਸਭਾ ਲੱਗਦੀ ਹੈ, ਗੁਰੂ ਕੀ ਸੰਗਤ ਹੁੰਦੀ ਹੈ,
ਜਹ ਬੈਸੇ ਪ੍ਰਭ ਪਾਸੇ। ਜਿੱਥੇ ਵੀ ਮਹਾਤਮਾ ਜਨ ਬੈਠਦੇ ਨੇ, ਗੁਰਮੁਖ ਜਨ ਬੈਠਦੇ ਨੇ, ਉਹ ਪਰਮਾਤਮਾ ਉਹਨਾਂ ਦੇ ਅੰਗ ਸੰਗ ਹੈ। ਜਦੋਂ ਆਪਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ, ਇੱਕ ਬੜੀ ਸੁੰਦਰ ਗਾਥਾ ਆਉਂਦੀ ਹੈ। ਨਾਰਦ ਮੁਨੀ ਨੇ ਭਗਵਾਨ ਵਿਸ਼ਨੂੰ ਨੂੰ ਲੱਭਣ ਵਾਸਤੇ ਪਹਿਲਾਂ ਉਹ ਪਰਲੋਕ ਦੇ ਅੰਦਰ ਗਿਆ, ਭਗਵਾਨ ਨਹੀਂ ਮਿਲੇ। ਪਹਾੜਾਂ ਦੀਆਂ ਗੁਫਾ ਅੰਦਰ ਗਿਆ, ਜੰਗਲਾਂ ਦੇ ਵਿੱਚ ਵੇਖਿਆ, ਪਰਮਾਤਮਾ ਨਹੀਂ ਮਿਲੇ। ਅਖੀਰ ਜਿੱਥੇ ਸੰਗਤ ਹੋ ਰਹੀ ਹੈ, ਭਗਵਾਨ ਜੀ ਉੱਥੇ ਬੈਠੇ ਨੇ। ਨਾਰਦ ਮੁਨੀ ਬੇਨਤੀ ਕਰਦੇ ਨੇ, ਮਹਾਰਾਜ ਮੈਂ ਤੁਹਾਡੇ ਸਥਾਨ ਤੇ ਗਿਆ, ਪਹਾੜਾਂ ਦੀਆਂ ਗੁਫਾ ਅੰਦਰ ਵੇਖਿਆ, ਜੰਗਲ ਦੇ ਵਿੱਚ ਵੇਖਿਆ, ਆਪ ਜੀ ਉੱਥੇ ਨਹੀਂ ਮਿਲੇ। ਭਗਵਾਨ ਜੀ ਕੀ ਕਹਿਣ ਲੱਗੇ ਨੇ? ਨਾਰਦ ਮੁਨੀ, ਜਿੱਥੇ ਗੁਰੂ ਕੀ ਸੰਗਤ ਹੋਵੇ ਅਸੀਂ ਉੱਥੇ ਰਹਿੰਦੇ ਹਾਂ। ਇਸੇ ਤਰ੍ਹਾਂ ਉਸ ਪਰਮਾਤਮਾ ਦਾ ਨਿਵਾਸ ਹੀ ਗੁਰੂ ਕੀ ਸੰਗਤ ਵਿੱਚ ਹੈ। ਵਿੱਚ ਸੰਗਤ ਹਰ ਪ੍ਰਭ, ਉਹ ਹਰੀ ਪਰਮਾਤਮਾ ਸੰਗਤ ਦੇ ਅੰਦਰ ਵਸਦਾ ਹੈ। ਬੁੱਝੋ ਸ਼ਬਦ ਵਿਚਾਰ। ਇਹਦੀ ਸੋਝੀ, ਇਹਦੀ ਗਿਆਤ, ਇਹਦਾ ਪਤਾ ਤਾਂ ਲੱਗੇਗਾ ਜਦੋਂ ਆਪਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ। ਗਰੀਬ ਨਿਵਾਜ ਕਿਰਪਾ ਕਰਦੇ ਨੇ, ਜਿੱਥੇ ਮਹਾਤਮਾ ਦੀ ਸੰਗਤ ਹੈ, ਪਰਮਾਤਮਾ ਉੱਥੇ ਬੈਠਦਾ ਹੈ। ਆਨੰਦ ਮੰਗਲ ਹਰ ਚਲਤ ਤਮਾਸੇ। ਉਸ ਪਰਮਾਤਮਾ ਦੇ ਜਿੰਨੇ ਵੀ ਤਮਾਸ਼ੇ ਨਾਮ ਹੈ, ਚਲਤ ਨਾਮ ਹੈ ਕੌਤਕਾਂ ਦਾ। ਜਿੰਨੇ ਵੀ ਕੌਤਕ ਨੇ ਬੜੇ ਆਨੰਦਮਈ ਨੇ। ਇਸੇ ਤਰ੍ਹਾਂ ਉਹ ਪਰਮਾਤਮਾ ਆਨੰਦ ਨੂੰ, ਮੰਗਲ ਖੁਸ਼ੀਆਂ ਨੂੰ ਕਰਨ ਵਾਲਾ ਹੈ। ਗੁਣ ਗਾਵਹਿ ਅਨਹਦ ਧਨ ਬਾਣੀ। ਫਿਰ ਰੱਬ ਦੇ ਪਿਆਰੇ ਇੱਕ ਰਸ, ਅਨਹਦ ਨਾਮ ਹੈ ਇੱਕ ਰਸ, ਧੁਨ ਨਾਮ ਹੈ ਆਵਾਜ਼ ਨੂੰ, ਬਾਣੀ ਨਾਮ ਹੈ ਬਾਣੀ ਦਾ। ਗੁਣ ਗਾਵਹਿ, ਉਹ ਮਹਾਤਮਾ ਜਨ ਇੱਕ ਰਸ ਪਿਆਰ ਦੇ ਨਾਲ ਪਰਮਾਤਮਾ ਦੇ ਸ਼ੁਭ ਗੀਤ ਗਾਉਂਦੇ ਹਨ। ਤਹ ਨਾਨਕ ਦਾਸ ਚਿਤਾਰਣਾ। ਤੇ ਗਰੀਬ ਨਿਵਾਜ ਕਹਿੰਦੇ, ਜਿੱਥੇ ਰੱਬ ਦੇ ਪਿਆਰੇ ਗੀਤ ਗਾਉਂਦੇ ਨੇ, ਮਹਾਤਮਾ ਜਨ ਗੀਤ ਗਾਉਂਦੇ ਨੇ, ਉੱਥੇ ਮੈਂ ਵੀ ਦਾਸ ਚਿਤਾਰਨਾ, ਉਸ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦਾ ਹਾਂ। ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ। ਜਿੱਥੇ ਵੀ ਉਹ ਰੱਬ ਦੇ ਪਿਆਰੇ ਬੈਠਦੇ ਨੇ, ਉੱਥੇ ਪਰਮਾਤਮਾ ਨਾਲ ਬੈਠਦਾ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ। ਆਨੰਦ ਮੰਗਲ ਹਰ ਚਲਤ ਤਮਾਸੇ। ਗੁਣ ਗਾਵਹਿ ਅਨਹਦ ਧੁਨ ਬਾਣੀ। ਤਹ ਨਾਨਕ ਦਾਸ ਚਿਤਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।